सतगुरु जी की रहमत कृपा सदका सिद्ध गोष्ठ की विचार आप कर रहे हैं। 46 पौड़ियां की विचार संपूर्ण हो चुकी है। अज 47वीं पौड़ी की विचार असी करांगे। इस पौड़ी को समझण लई 45 नंबर पौड़ी दे विच पूछे गए सवाल जिहड़े हन उन्हां नूं एक बार फिर दोहराउणा पवेगा। सिद्धा ने सवाल किया सी गुरु नानक साहब जी के अगे, बाले दस इन्हां मोम के दंदां नाल लोहा किवें चबाया जाए, वो किहड़ा खाना है जिस नाल मन का हंकार दूर हो जाए। जे बर्फ का घर होवे, मंदिर होवे, उसके आस पास अग का पर्दा कर दिता जाए, चूला अग का पा दिता जाए, तो उसनूं किस गुफा विच रखीए जिथे वो टिकिया रहे, ढलना ढले ना। वो हर थां इत्थे तो उत्थे किहड़ी ताकत है जिन्होंने पहचान के मन उहदे विच टिकाया जा सके। ऐसा किहड़ा टिकाणा है जिथे साडी सुरत टिकी रहे। किहड़ा ख्याल है, किहड़ा विचार है जिस करके मन अंदर ही टिके, बाहर ना भटके, साडी बाहरली भटकना खत्म हो जाए। ऐसा किहड़ा टिकाणा है, ऐसी किहड़ी विचार है, वो विचार सानू दसो। इस सवालों के जवाब सतगुरु जी ने 46वीं पौड़ी विच शुरू किए। अज की 47 पौड़ी विच भी, पौड़ी नंबर 47 विच भी उहो ही सवालों के विचार अगे नूं उतरे आ रहे हैं। सतगुरु जी नूं बड़े अजब जे सवाल, बड़ी डूंगी रमजां वाले सवाल सिद्धा ने पूछे। आपां जदों सवालों ते नज़र मारते हैं तो यह गल जी समझ आ जाती है। बड़े ही डूंगे जे सवाल हैं जिहड़े सिद्धा ने गुरु नानक देव महाराज नूं पूछे हैं, ते रमजां भी बहुत गहरियां हैं, समझने भी बड़े कठिन हैं। गुरु नानक देव महाराज ने इन्हां सवालों नूं चंगी तरह विस्तार सहित समझाउण लई 2 पौड़ियां 46 ते 47 विच बड़े ही ढुकवें जवाब जिहड़े हन वो सिद्धा नूं दिते हन। गुरु नानक पातशाह जी अज की इस पौड़ी विच जो 47वीं पौड़ी है की विचार दिंदे हन, इसनूं समझण तो पहला आपां पौड़ी नूं एक बारी पढ़ लईए तद कि ये विचार, ये ख्याल साडे अंदर पक्के होण कि किहो जिहे जवाब सतगुरु दे रहे हैं। अज की पौड़ी है, सच भै राता गर्भ निवारै, एको जाता शब्द विचारै, सच भै राता गर्भ निवारै, एको जाता शब्द विचारै, शब्द वसै सच अंतर हिया, तन मन शीतल रंग रंगिया, काम क्रोध बिख अगन निवारे, नानक नदरी नदर प्यारे, काम क्रोध बिख अगन निवारै, नानक नदरी नदर प्यारे। तो सिद्धा दा सवाल सी, बाबा बालिया दस जगत इन्ना करड़ा है
ਇਸ ਕਰੜੇ ਜਗਤ ਵਿੱਚ ਕਿਵੇਂ ਬਚ ਕੇ ਨਿਕਲਿਆ ਜਾਵੇ। ਇੱਥੇ ਦੁੱਖਾਂ ਦੇ ਦੁੱਖ, ਦੁੱਖਾਂ ਦੀਆਂ ਕਹਾਣੀਆਂ, ਜਿਸ ਪਾਸੇ ਵੇਖਦਾ ਹਾਂ ਦੁੱਖਾਂ ਦੀ ਅੱਗ ਲੱਗੀ ਹੋਈ ਹੈ। ਇਹ ਕਿਹੜੇ ਜੁਗਤੀ ਹੈ, ਕਿਹੜਾ ਰਸਤਾ ਹੈ ਜਿਸ ਰਸਤੇ ਤੇ ਚੱਲ ਕੇ ਇਹ ਦੁੱਖਾਂ ਤੋਂ ਬਚਿਆ ਜਾ ਸਕੇ। ਗੁਰੂ ਸਾਹਿਬ ਸਮਝਾਉਂਦੇ ਰਹੇ ਬਈ ਸਿੱਧੋ, ਸੰਸਾਰ ਜਨਮ ਮਰਨ ਦੇ ਸਭ ਤੋਂ ਵੱਡੇ ਦੁੱਖ ਵਿੱਚ ਫਸਿਆ ਹੋਇਆ ਹੈ। ਇਹ ਜੰਮਦਾ ਹੈ, ਮਰ ਜਾਂਦਾ ਹੈ, ਫਿਰ ਜੰਮਦਾ ਹੈ, ਫਿਰ ਮਰ ਜਾਂਦਾ ਹੈ। ਪਤਾ ਨਹੀਂ ਕਿੰਨੀ ਵਾਰ ਇਸ ਨੂੰ ਇਸ ਜਨਮ ਤੇ ਮੌਤ ਦੇ ਦੁੱਖ ਵਿੱਚੋਂ ਲੰਘਣਾ ਪੈਂਦਾ ਹੈ, ਔਰ ਕਿੰਨੇ ਤਸੀਹੇ ਇਸ ਨੂੰ ਝੱਲਣੇ ਪੈਂਦੇ ਹਨ। ਗੁਰੂ ਸਾਹਿਬ ਸਿੱਧਾਂ ਨੂੰ ਇਹ ਗੱਲ ਸਮਝਾਉਂਦੇ, ਸਿੱਧੋ ਅਸਲ ਵਿੱਚ ਦੁੱਖਾਂ ਦਾ ਮੂਲ ਕਾਰਨ ਹਉਮੈ ਹੈ। ਦੁੱਖਾਂ ਦਾ ਮੂਲ ਕਾਰਨ ਹਉਮੈ ਹੈ। ਹਉਮੈ ਦਾ ਸੁਭਾਅ ਇਹ ਹੈ ਕਿ ਰੱਬ ਨਾਲੋਂ, ਆਪਣੇ ਮੂਲ ਨਾਲੋਂ ਇਨਸਾਨ ਦੀ ਵੱਖਰੀ ਹੋਂਦ ਬਣੀ ਰਹੇ, ਮੈਂ ਮੇਰੀ ਚੱਲਦੀ ਰਹੇ। ਆਪਣੇ ਮੂਲ ਨਾਲੋਂ, ਆਪਣੇ ਅਸਲੇ ਨਾਲੋਂ, ਪਰਮੇਸ਼ਰ ਨਾਲੋਂ ਇਨਸਾਨ ਦੀ ਦੂਰੀ ਬਣੀ ਰਹੇ। ਫਿਰ ਇਸ ਦੂਰੀ ਦੇ ਪ੍ਰਭਾਵ ਥੱਲੇ ਹੀ ਜੀਵ ਉਹ ਕੰਮ ਕਰਦਾ ਹੈ ਜਿਨ੍ਹਾਂ ਨਾਲ ਕਦੀ ਵੀ ਆਪਣੇ ਪ੍ਰੀਤਮ ਦਾ ਦੀਦਾਰ ਨਹੀਂ ਕਰ ਸਕਦਾ। ਇਹਦੀ ਵੱਖਰੀ ਹੀ ਹੋਂਦ ਬਣੀ ਰਹਿੰਦੀ ਹੈ, ਕਿਉਂਕਿ ਇਹ ਵਿਸ਼ਾ ਹਉਮੈ ਦਾ ਚੱਲ ਰਿਹਾ ਹੈ। ਪਹਿਲੇ ਸ਼ਬਦ ਵਿੱਚ ਵੀ, ਇਸ ਤੋਂ ਪਹਿਲੀ ਪੌੜੀ ਵਿੱਚ ਵੀ, ਔਰ ਇਸ ਪੌੜੀ ਵਿੱਚ ਵੀ ਗੁਰੂ ਮਹਾਰਾਜ ਨੇ ਮੂਲ ਕਾਰਨ ਹਉਮੈ ਨੂੰ ਦੱਸਿਆ। ਜਗਤ ਵਿੱਚ ਦੁੱਖਾਂ ਦਾ ਕਾਰਨ ਹਉਮੈ ਹੈ। ਇਹ ਵੱਖਰੀ ਹੋਂਦ, ਇਹ ਬੰਧਨ ਹਨ ਜਿਹੜੇ ਸਮਾਜ ਨੂੰ ਚੰਬੜੇ ਹੋਏ ਹਨ। ਇਹ ਜੰਜੀਰਾਂ ਹਨ ਦੁੱਖਾਂ ਦੀਆਂ ਜਿਹੜੀਆਂ ਲਪੇਟੀਆਂ ਹੋਈਆਂ ਹਨ। ਵੱਖਰੀ ਹੋਂਦ ਦੇ ਕੰਮਾਂ ਦੇ ਸੰਸਕਾਰਾਂ ਕਰਕੇ ਇਹ ਸੰਗਲਾਂ ਵਿੱਚ ਵੱਜਿਆ ਪਿਆ ਹੈ। ਜੀਵ ਸੰਗਲਾਂ ਵਿੱਚ ਵੱਜਿਆ ਪਿਆ ਹੈ, ਜਕੜਿਆ ਪਿਆ ਹੈ। ਆਪਣੀ ਵੱਖਰੀ ਹੋਂਦ ਦੇ ਸੰਸਕਾਰਾਂ ਕਰਕੇ ਜੀਵ ਉਸ ਮਾਇਆ ਦੇ ਸੰਗਲਾਂ ਵਿੱਚ ਜਕੜਿਆ ਹੋਇਆ, ਬੰਨਿਆ ਹੋਇਆ ਹੈ। ਹੁਣ ਇਹਨਾਂ ਦੇ ਘੇਰੇ ਵਿੱਚ ਆ ਕੇ ਹੀ ਮਨੁੱਖ ਮੁੜ-ਮੁੜ ਜੰਮਦਾ ਹੈ, ਮੁੜ-ਮੁੜ ਮਰਦਾ ਹੈ, ਜਨਮ ਲੈਂਦਾ, ਮਰ ਜਾਂਦਾ ਹੈ। ਆਸਾ ਕੀ ਵਾਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦਾ ਇੱਕ ਸ਼ਲੋਕ ਆਉਂਦਾ ਹੈ, ਜਿਸ ਵਿੱਚ ਹਉਮੈ ਦੇ ਇਸ ਸੁਭਾਅ ਦਾ ਜ਼ਿਕਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੀਤਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ, ਫਿਰ ਜੋਨੀ ਪਾਹੇ। ਹਉਮੈ ਦਾ ਸੁਭਾਅ ਹੈ, ਬੰਧਨਾਂ ਚ ਬੰਧਦੀ ਹੈ। ਬੰਧਨਾਂ ਵਿੱਚ ਬੱਝਾ ਹੋਇਆ ਹੀ ਸਿੱਧੋ ਜੀਵ ਦੁਖੀ ਹੈ। ਬੰਧਨਾਂ ਚ ਬੱਝਾ ਹੋਇਆ ਹਉਮੈ ਦਾ ਸੁਭਾਅ ਕਰਕੇ ਮਨੁੱਖ ਨੂੰ ਜਿੱਥੇ ਹਉਮੈ ਹੈ ਉੱਥੇ ਮੈਂ ਹੈ। ਮੈਂ ਵੱਡਾ ਹਾਂ, ਮੇਰੀ ਸ਼ੋਭਾ ਹੋਣੀ ਚਾਹੀਦੀ ਹੈ। ਇਹ ਚਸਕੇ ਹਨ ਜਿਹੜੇ ਨੂੰ ਆ ਕੇ ਘੇਰਦੇ ਹਨ। ਆਪਣੀ ਸ਼ੋਭਾ ਕਰਾਉਣ ਦਾ ਚਸਕਾ, ਆਪਣੀ ਧਨ ਦੌਲਤ ਦਾ ਚਸਕਾ, ਧਨ ਜੋੜਨ ਦਾ, ਇਕੱਠਾ ਕਰਨ ਦਾ ਚਸਕਾ, ਜੋਬਨ ਦੇ, ਜਵਾਨੀ ਦੇ ਵਿਕਾਰ ਮਾਨਣ ਦੇ ਚਸਕੇ, ਰਸ, ਜੋਬਨ ਦਾ ਰਸ, ਵਿਕਾਰਾਂ ਵਿੱਚ ਰੁੱਝੇ ਰਹਿਣਾ, ਇਹ ਸਾਰੇ ਸੁਭਾਅ ਕਰਕੇ ਹੀ ਮਨੁੱਖ ਮਾਲਕ ਦੀ ਮਿਹਰ ਤੋਂ ਸਖਣਾ ਰਹਿ ਜਾਂਦਾ ਹੈ। ਮਾਲਕ ਦੀ ਮਿਹਰ ਨਹੀਂ ਹੁੰਦੀ, ਕਿਉਂਕਿ ਸੁਭਾਅ ਇਹੋ ਜਿਹਾ ਬਣ ਗਿਆ। ਹਉਮੈ ਨੇ ਵਿੱਥ ਇੰਨੀ ਪਾ ਦਿੱਤੀ ਹੈ। ਉਦਾਹਰਨ ਦਿੱਤੀ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਵਿੱਚ। ਇੱਕ ਸ਼ਲੋਕ ਆਉਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਕਹਿੰਦੇ ਨੇ, ਕਦੀ ਟਿੱਬਿਆਂ ਨੂੰ ਵੇਖਿਆ, ਮੀਂਹ ਵਸਣ ਤੋਂ ਬਾਅਦ ਵੀ ਦੁਨੀਆ ਵਿੱਚ
मैदानी इलाकों में जलथल होया हुंदा है, लेकिन टिब्बे अंदरों सुक्के ही निकलते हैं। जिन्ना मर्जी मीह पै जाए, टिब्बियां ते मीह का पानी वड़दा ही नहीं। हंकार हैं अपने उच्चे होने का। टिब्बे नूं माण है, मैं उच्चा हाँ, मैं वड्डा हाँ। और इस हंकार के करके ये टिब्बा अंदरों सकना ते सुक्का ही रह जाता है। शेख फरीद जी के सलोकां के संग्रह विच गुरु अर्जन देव महाराज का श्लोक आउंदा है, फरीदा गर्भ जिन्ना वड्याइयां धन जोबन आगा, खाली चले धनी स्यों टिब्बे ज्यों मीहा। ये फरीद जिन्हां नूं हंकार है वड्याइयां दा, मैं मेरी दा, हौमे है, वो इस तरह हन जिवें रेत दे उच्चे टिब्बे हुंदे हन, जिन्हां उत्ते मीह दे पानी दा असर ही नहीं हुंदा। इस तो अगला श्लोक विच शेख फरीद जी ने जो श्लोक नंबर 106 है गिनती विच जिक्र किया, हौमे विच ग्रस्त होने करके जीव ने परमेश्वर का नाम भुलाया होया है। हौमे विच फसिया होने करके दूरी बना लई और इसका परमेश्वर नालों दूरी बन करके उसकी बंदगी करने का सुभाव ही खत्म हो गया। शेख जी कहते मैनू उन्हां मनुखां दे मूँह देख के भी डर जापदा है, डर लगता है ਜਿਹੜੇ उस परमेश्वर की बंदगी तो सखने हैं, डरावने हैं। उन्हां दी शक्ल देख के भी मैनू डर लगता है। भावें उन्होंने कीमती लिबास रेशम के वस्त्र पहने हुए होन, वो धनवान होन, जवानी उन्होंने उत्ते डुल डुल पैंदी होवे, संसार विच वड्डा नामना कमाउण वाले होन, संसार विच बड़ी शोभा वडियाई भी उन्हां दी होवे, पर जिन्ना चिर वो जिउंदे हन वो दुनिया विच दुखां विच ही जिंदगी नूं बतीत करते हैं और परमेश्वर के घर विच जाके भी उन्होंने टिकाणा नहीं मिलता। शेख फरीद जी का बचन है, फरीदा तिना मुख डरावने जिन्हां विसारियों नाओ एथे दुख कनेरियां अगे ठौर ना ठाओ। कोई टिकाणा नहीं है। जीव दुखी है हौमे दे करके। जे सच समझा जावे ये हौमे दी पीड़ा पैर विच चुभे हुए कंडे वर्गी है। ये हौमे दी पीड़ा पैर विच चुभे कंडे वर्गी है। कंडा पैर विच चुभ जाए मनुख दी हालत की हुंदी है। मनुख कंडे दी पीड़ नाल तुरना तो भी असमर्थ हो जाता है, तुरना भी औखा हो जाता है, तुरन दिंदी नहीं, क्योंकि जिन्ना मनुख कदम अगे नूं पटुड़दा है वो कंडा उहदी पैर विच चुभदा है और रड़कदा रहिंदा हर वेले। हौमे दा कंडा भी मनुख दे अंदर हर वेले रड़कदा ही रहिंदा है। सोहले की बाणी आप रोज पढ़ते हैं। गुरु रामदास महाराज ने इस कंडे की पीड़ा का जिक्र किया है भी कहते कैसा साकत मनुख है, कदी हरि दे प्रेम रंग विच भिजदा ही नहीं, परमेश्वर के नाम विच कदी भिजदा ही नहीं, उन्हें कदी स्वाद ही नहीं देखा रब दे नाम का, क्योंकि हौमे का कंडा ही बहुत वड्डा है जो चुभया होया है। जीवन की यात्रा विच उस मनुख जिवें अगे नूं कदम रखदा है, हौमे का कंडा होर दुखदाई बनता जाता है, होर दुख दिंदा है और आत्मक मौत का डंडा इसनूं सहारना पैंदा है। आत्मा मर जाती है दुनिया के इन्हां पदार्थां दे इस कंडियां दे नाल, हौमे दे कंडे दे नाल। आत्मक मौत हमेशा उन्हां उत्ते सवार रहिंदी है और उन्हां नूं जीवन की जांच भी नहीं आउंदी।
गुरु रामदास महाराज का बचन है, साकत हर रस साध ना जानिया, तिर अंतर होमै कंडा है, ज्यों ज्यों चलने चुभै दुख पावे, जमकाल सहे सिर डंडा है। ज्यों ज्यों चलने चुभै, ये चलदा है वो चुभदा है और इंसान दुख पाउंदा है। कई बारी मनुख अपने मन की सियाणप नाल, अपने मन की चलाकी दे नाल इस कंडे की पीड़ा तो बचन लई मखमल की जुत्ती जी पा लैंदा। ये समझ लैंदा कि हुण कंडे की पीड़ नहीं होवेगी। इहदी भुल है, ये साडी भुल है। मखमली जुत्ती कदे भी कंडे की पीड़ नूं दूर नहीं कर सकती। जिस तरह ये मखमली जुत्ती पैर विच चुभ हुए कंडे की पीड़ा नूं दूर नहीं करती, उसे तरह ही हौमे का इलाज भी संसार के पदार्थों नाल नहीं हो सकता। मनुख समझ लैंदा भी शायद ये हौमे के कंडे नूं दूर करन लई बड़े कर्मकांड करता है। भुखे रहना, वर्त रखना जो सिद्धां दी फिलॉसफी सी, तीर्थ इशनान करने, मौन धारण करने, पुट्ठे लटकना, शरीर को कई तरह के दुख देने, कई भेष धारण करने, लोगों के घरों विच मंगण जाना, पुण्य दान करने। ये जंजाल विच फस के मनुख ये समझदा है कि मैं इस हौमे की पीड़ तो बच जावांगा, पर हुंदा बिल्कुल इसदे उल्टा है। ये पीड़ घटदी नहीं। जिवें जिवें मनुख इन्हां कर्म कांडां विच पैंदा है, ये हौमे का कंडा होर डूंगा तुरया जांदा है। फिर यह भी मान हुंदा है, मैं इन्ने तीर्थ ना आया, मैं इन्ना दान कर आया, मैं इन्ना पुण्य कीता, मैं इन्ने पाठ कर ले, मैं इन्ने रोज 5 वारी सुखमणी का पाठ किया। यह भी हौमे का कंडा अंदर चुभदा है। जे समझ असले की समझ ही नहीं आई, फिर यह हौमे की पीड़ा घटदी नहीं, वधदी है। तीर्थां ते इशनान करन नाल बाहर दी शरीरक मैल तां धोती जा सकती है, पर अंदरली हौमे की मैल धोती नहीं जा सकती। जे तेरे तीर्थ नहाए अहंग बुद्ध मैल लाए, घर को ठाकुर एक तिल ना मानै। वो तो एक तिल जिन्ना भी नहीं मनदा। परमेश्वर तो मनदा ही नहीं है, वो तो समझिया ही नहीं, वो रिझिया ही नहीं इन्हां कम्मां दे नाल। सिद्धो ये गर्भ, ये हंकार उस वक्त होंदा है जदों मनुख अपने आप नूं समर्थ समझदा है। ख्याल करना, गल समझण वाली है। ये हंकार कदों होंदा है? जदों मनुख अपने आप नूं समर्थ समझदा भी मैं कुछ हाँ। इस समर्थ की सोच करके मनुख अपने आप नूं प्रभु का शरीक बना लैंदा है, शरीक बन के बैठ जाता है। मैं सब कुछ कर सकता हाँ, मैं हर किसी नूं चित कर सकता हाँ, मेरी हवा वाल कोई नहीं वेख सकता, मैं लड़ सकता हाँ, किसी नूं उच्ची अख करके वेखण देना भी ये इंसान की फितरत नहीं भी हौमे च फसे हुए दी कि मेरे वाल कोई अख उच्ची करके किवें वेख जाए। इदां ही बोली बोलदा ना। हंकार की पीड़ा विच फसिया होया मनुख बोली तो यही बोलता ना भी मेरे वाल अख उच्ची करके क्यों वेख जाए, कोई है कोई इहो जिहा। फिर इहो जिहा मनुख अपने मूँह तो जो आउंदा बकी जाता है, अवा तवा जो कहते बोलते बोलता ही रहिंदा है, बकबड़ करता ही रहिंदा है, किसी लिहाज नहीं करता किसी बड़े छोटे का। हंकारी मनुख जबान ते आया होया कदी भी ये नहीं सोचता मैं किनू ये बोल बोलना है ते किनू नहीं ये बोल बोलना। वो तो अवा तवा बोली तुरी जाता है, जो मुंह आया बोल दिता, किसी की कोई परवाह नहीं। अगों कहता मैं हर किसी नू अपने वैरियां नू मार सकता हाँ, मैं बन सकता हाँ,
ਜੇ ਮੇਰੀ ਮਰਜ਼ੀ ਹੋਵੇ ਤਾਂ ਮੈਂ ਉਹਨਾਂ ਨੂੰ ਕੈਦ ਵਿੱਚੋਂ ਰਿਹਾ ਵੀ ਕਰ ਸਕਦਾ ਹਾਂ, ਮੇਰੀ ਮਰਜ਼ੀ ਨਾਲ ਚੱਲੇਗਾ। ਜੇ ਮੇਰੀ ਮਰਜ਼ੀ ਹੋਵੇ, ਮੇਰੀ ਸਰਕਾਰੇ ਦਰਬਾਰੇ ਪੂਰੀ ਪਹੁੰਚ ਹੈ, ਮੇਰੇ ਅੱਗੇ ਕੌਣ ਖੰਗ ਸਕਦਾ ਹੈ। ਮੇਰੀ ਤਾਂ ਚੀਫ ਮਿਨਿਸਟਰ ਤੱਕ, ਮੇਰੀ ਤਾਂ ਪ੍ਰਾਈਮ ਮਿਨਿਸਟਰ ਤੱਕ ਚੱਲਦੀ ਹੈ, ਪ੍ਰਧਾਨ ਮੰਤਰੀ ਤੱਕ ਮੇਰੀ ਗੱਲ ਚੱਲਦੀ ਹੈ। ਅਫਸਰ ਤਾਂ ਮੇਰੀ ਮੁੱਠੀ ਚ ਹਨ, ਮੇਰਾ ਪਾਣੀ ਭਰਦੇ ਹਨ। ਉਹੀ ਸੋਚ ਹੈ ਤੇ ਉਹੀ ਵਿਚਾਰ ਹੈ ਨਾ ਸਾਡੀ ਹੰਕਾਰ ਵਿੱਚ ਫਸੇ ਹੋਇਆ ਦਾ। ਜ਼ਿੰਦਗੀ ਸਾਡੀ ਇਉਂ ਚੱਲਦੀ ਹੈ ਵੀ ਅਫਸਰ ਤਾਂ ਮੇਰੀ ਮੁੱਠੀ ਚ ਬਹਿਨ। ਪਰ ਕੀ ਹੋਇਆ, ਕਹਿੰਦੇ ਆਖਰ ਇੱਕ ਦਿਨ ਸਮਰੱਥ ਗੁਰੂ ਪ੍ਰਭੂ ਦਾ ਹੁਕਮ ਆਉਂਦਾ ਹੈ, ਮੌਤ ਆ ਘਿਰਦੀ ਹੈ, ਇਹ ਸਭ ਕੁਝ ਛੱਡ ਕੇ ਤੁਰਦਾ ਬਣਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ ਆਸਾ ਰਾਗ ਵਿੱਚ, ਕਹਿੰਦੇ ਮਹਾ ਬਚਿੱਤਰ ਸੁੰਦਰ ਆਖਾੜੇ, ਰਣ ਮੈਂ ਜਿੱਤੇ ਪਵਾੜੇ। ਕੁਸ਼ਤੀਆਂ ਜਿੱਤ ਲਈਆਂ, ਰਣ ਜਿੱਤ ਲਏ, ਯੁੱਧ ਜਿੱਤ ਲਏ। ਹੋਂ ਮਾਰੂ ਹੋਂ ਬੰਦੂ ਛੋਡੂ, ਮੁਕਤੇ ਏਵ ਬਬਾੜੇ। ਬਬਾੜੇ, ਬਬਾੜੇ ਕੀ ਹੁੰਦਾ? ਅਬਾ ਤਬਾ ਬੋਲੀ ਜਾਣਾ, ਮੈਂ ਹੀ ਮਾਰਦਾ ਹਾਂ, ਮੈਂ ਹੀ ਛੱਡ ਸਕਦਾ, ਮੈਂ ਹੀ ਬੰਨਣ ਵਾਲਾ ਹਾਂ। ਇਹੋ ਹੀ ਹਉਮੈ ਹੈ, ਤਾਂ ਇਸ ਸੰਸਾਰ ਵਿੱਚ ਦੁੱਖ ਹੈ। ਇਹ ਫਿਰ ਮੋਮ ਦੇ ਦੰਦਾਂ ਨਾਲ ਕਰੜਾ ਸੰਸਾਰ ਨੂੰ ਖਾਧਾ ਨਹੀਂ ਜਾ ਸਕਦਾ। ਜਿਹੜਾ ਬੰਦਾ ਇਹੋ ਹੀ ਸੋਚਦਾ ਨਾ, ਹੋਂ ਮਾਰੂ ਹੋਂ ਬੰਦੂ ਛੋਡੂ, ਮੁਕਤੇ ਇਹ ਬਰਾੜੇ। ਫਿਰ ਬਾਦਸ਼ਾਹ ਕਹਿੰਦੇ ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚਲਿਆ ਏਕ ਦਿਹਾੜੇ। ਉਸ ਪਰਮੇਸ਼ਰ ਦਾ ਹੁਕਮ ਆਇਆ ਤੇ ਛੱਡ ਕੇ ਤੁਰ ਪਿਆ। ਦੁਖੀ ਰਿਹਾ, ਦੁੱਖਾਂ ਵਿੱਚ ਗਲਤਾਨ ਰਿਹਾ, ਜ਼ਿੰਦਗੀ ਦੁੱਖਾਂ 'ਚ ਰਹੀ। ਲੋ ਇੱਕ ਹੁਣ ਗੱਲ ਸਮਝਣ ਵਾਲੀ ਹੈ, ਸੰਸਾਰ ਵਿੱਚ ਮਨੁੱਖ ਵਿਚਰਦਾ ਹੋਇਆ ਆਪਣੀ ਤਾਕਤ ਨੂੰ ਕਿਉਂ ਵਧਾਉਂਦਾ ਹੈ? ਇਹ ਗੱਲ ਥੋੜੀ ਜਿਹੀ ਸਮਝਣ ਵਾਲੀ ਹੈ। ਉਹ ਕਿਉਂ ਸੰਬੰਧ ਬਣਾਉਂਦਾ ਆਪਣਿਆਂ ਤੋਂ ਵੱਡਿਆਂ ਦੇ ਨਾਲ? ਕਿਉਂ ਬਣਾਉਂਦਾ ਹੈ? ਵੀ ਉਹ ਆਪ ਭੈ ਰਹਿਤ ਹੋ ਜਾਏ, ਭੈ ਮੁਕਤ ਹੋ ਜਾਏ, ਉਹਨੂੰ ਕਿਸੇ ਦਾ ਡਰ ਨਾ ਰਹੇ, ਕਿਸੇ ਛਾਪੇ ਦਾ ਡਰ ਨਾ ਰਹੇ, ਕਿਸੇ ਟੈਕਸ ਵਾਲੇ ਦਾ ਡਰ ਨਾ ਰਹੇ, ਕਿਸੇ ਪੁਲਿਸ ਵਾਲੇ ਦਾ ਡਰ ਨਾ ਰਹੇ, ਕਿਸੇ ਹੋਰ ਦਾ ਡਰ ਨਾ ਰਹੇ। ਆਪਣੇ ਤੋਂ ਵੱਡੇ ਸੰਬੰਧ ਕਿਉਂ ਬਣਾਉਂਦਾ ਹੈ? ਵੀ ਉਹ ਭੈ ਰਹਿਤ ਹੋ ਜਾਏ, ਉਹਨੂੰ ਕਿਸੇ ਦਾ ਡਰ ਨਾ ਹੋਵੇ। ਪਰ ਮਹਾਰਾਜ ਕਹਿੰਦੇ ਇਹ ਇੱਕ ਭੈ ਹੈ ਸੰਸਾਰ ਦਾ, ਤੇ ਦੂਜਾ ਭੈ ਹੈ ਨਿਰੰਕਾਰ ਦਾ। ਇੱਕ ਭੈ ਹੈ ਸੰਸਾਰ ਦਾ, ਇੱਕ ਭੈ ਹੈ ਨਿਰੰਕਾਰ ਦਾ। ਸੰਸਾਰ ਦਾ ਭੈ ਬਣਾਉਣ ਵਾਲੇ ਕੇਵਲ ਸੰਸਾਰ ਦੀ ਖੇਡ ਖੇਡਦੇ ਹਨ। ਨਿਰੰਕਾਰ ਦਾ ਭੈ ਰੱਖਣ ਵਾਲੇ ਲੋਕ ਤੇ ਪ੍ਰਲੋਕ ਦੀ ਖੇਡ ਖੇਡਦੇ ਹਨ। ਖਿਆਲ ਕਰਿਓ। ਇੱਕ ਭੈ ਹੈ ਸੰਸਾਰ ਦਾ, ਜਿਹੜਾ ਸੱਚ ਭੈ ਰਾਤਾ ਗਰਭ ਨਿਵਾਰੇ ਦੀ ਗੱਲ ਪਾਤਸ਼ਾਹ ਨੇ ਦੱਸੀ ਨਾ, ਸਿੱਧਾਂ ਨੂੰ ਦੱਸਦੇ ਨੇ ਪਾਤਸ਼ਾਹ। ਕਹਿੰਦੇ ਨੇ ਇੱਕ ਭੈ ਹੈ ਸੰਸਾਰ ਦਾ, ਜਿਹਦੇ ਚ ਦੁਨੀਆ ਫਸੀ ਹੋਈ ਹੈ। ਇੱਕ ਭੈ ਹੈ ਨਿਰੰਕਾਰ ਦਾ। ਸੰਸਾਰ ਦਾ ਭੈ ਮਨੁੱਖ ਨੂੰ ਇਖਲਾਕ ਤੋਂ ਥੱਲੇ ਸੁੱਟ ਦਿੰਦਾ ਹੈ। ਸੰਸਾਰ ਦਾ ਭੈ ਆਪਣੇ ਕਿਰਦਾਰ ਤੋਂ ਵੀ ਡਿੱਗ ਜਾਂਦਾ ਹੈ। ਇਹ ਸੰਸਾਰ ਦਾ ਭੈ ਮਨੁੱਖ ਨੂੰ ਗੁਲਾਮ ਬਣਾ ਦਿੰਦਾ ਹੈ, ਉਹਦੀ ਸੋਚਣੀ ਗੁਲਾਮ ਹੋ ਜਾਂਦੀ ਹੈ। ਸੱਚ ਜਿਹੜਾ ਸੰਸਾਰ ਦਾ ਭੈ ਹੈ। ਪਰ ਨਿਰੰਕਾਰ ਦਾ ਭੈ ਜੋ ਸੱਚਾ ਭੈ ਹੈ, ਜੋ ਸੱਚ ਭੈ ਹੈ, ਅੰਦਰੋਂ ਹਉਮੈ ਦੀ ਮੈਲ ਲਾ ਸੁੱਟਦਾ ਹੈ। ਇਹ ਜਿਹੜੇ ਗੱਲ ਪਾਤਸ਼ਾਹ ਲਿਖਦੇ ਨੇ ਸਿੱਧਾ ਨੂੰ ਦੱਸਦੇ, ਸੱਚ ਭੈ ਰਾਤਾ ਗਰਭ ਨਿਵਾਰੈ। ਜਿਹੜਾ ਸੱਚੇ ਦੇ ਭੈ ਵਿੱਚ ਰੰਗਿਆ ਗਿਆ ਔਰ ਸੱਚੇ ਦੇ ਭੈ ਨੇ ਉਹਦਾ ਗਰਭ ਹਉਮੈ ਦੀ ਮੈਲ ਲਾ ਕੇ ਪਰਾਂ ਸੁੱਟ ਦਿੱਤੀ। ਫਿਰ ਉਸ ਦੇ ਅੰਦਰ ਆਪਣੇ ਪਿਆਰੇ ਲਈ ਅਦਬ ਪੈਦਾ ਹੁੰਦਾ ਹੈ, ਪ੍ਰੇਮ ਪੈਦਾ ਹੁੰਦਾ ਹੈ, ਜਿਹੜਾ ਸੱਚੇ ਦੇ ਭੈ ਵਿੱਚ ਰਤਿਆ ਹੋਇਆ ਹੈ। ਪ੍ਰੀਤਮ ਲਈ ਆਪਣੇ ਪਿਆਰੇ ਲਈ ਅਦਬ ਪੈਦਾ ਹੋ ਜਾਂਦਾ ਹੈ। ਉਹ ਆਪਣੇ ਪਰਮੇਸ਼ਰ ਨੂੰ ਹਮੇਸ਼ਾ ਹੀ ਅੰਗ ਸੰਗ ਸਮਝਦਾ ਹੈ। ਸਿੱਧੋ ਖਿਆਲ ਕਰਿਓ,
ਤੁਸੀਂ ਕਿਉਂ ਸੰਸਾਰ ਤੋਂ ਡਰ ਗਏ? ਕਿਉਂ ਸੰਸਾਰ ਛੱਡ ਕੇ ਭੱਜ ਗਏ? ਸੰਸਾਰ ਨੂੰ ਕੇਵਲ ਮੁਸੀਬਤਾਂ ਦਾ ਘਰ ਤੁਸੀਂ ਸਮਝ ਕੇ ਬੈਠ ਗਏ। ਕਿਉਂ? ਕਿ ਤੁਹਾਨੂੰ ਸੱਚੇ ਦੇ ਭੈ ਵਿੱਚ ਰਹਿਣ ਦੀ ਜਾਚ ਨਹੀਂ ਆਈ ਵੀ ਸੱਚੇ ਦਾ ਭੈ ਕੀ ਹੁੰਦਾ ਹੈ। ਤੁਸੀਂ ਤਾਂ ਸੰਸਾਰ ਨੂੰ ਆਪਣੇ ਭੈ ਵਿੱਚ ਰੱਖਣ ਦਾ ਯਤਨ ਕਰਦੇ ਰਹੇ, ਆਪਣੀਆਂ ਗੁਪਤ ਸ਼ਕਤੀਆਂ ਦੇ ਨਾਲ, ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਦੇ ਨਾਲ। ਸੰਸਾਰ ਤੁਹਾਡੀ ਈਨ ਮੰਨੇ, ਤੁਹਾਡੇ ਵਿਚਾਰ ਇਹੋ ਹੀ ਸਨ। ਤੁਸੀਂ ਨਿਰੰਕਾਰ ਦੇ ਨਾ ਆਪ ਬਣੇ, ਨਾ ਨਿਰੰਕਾਰ ਦੇ ਸੰਸਾਰ ਨੂੰ ਬਣ ਦਿੱਤਾ। ਔਰ ਜਿੰਨੇ ਵੀ ਡੇਰੇ ਚੱਲਦੇ ਆ ਨਾ, ਇਹ ਕਦੀ ਵੀ ਆਪਣੇ ਨਾਲੋਂ ਟੁੱਟਣ ਨਹੀਂ ਦਿੰਦੇ ਬੰਦੇ ਨੂੰ, ਆਪਣੇ ਸੇਵਕ ਨੂੰ ਕਦੀ ਤੋੜਦੇ ਨਹੀਂ, ਆਪਣੇ ਭੈ ਵਿੱਚ ਰੱਖਦੇ। ਕੋਈ ਨਾ ਕੋਈ ਇਹੋ ਜਿਹੀ ਛੁਤਰੀ ਜੀ ਛੱਡ ਦਿੰਦੇ ਆ ਜਿੱਤੇ ਮਨੁੱਖ ਡਰਿਆ ਹੀ ਰਹਿੰਦਾ ਹੈ। ਲੈ ਤੇਰੇ ਤੇ ਆ ਆਉਣ ਵਾਲਾ, ਤੇਰੇ ਤੇ ਆ ਆਉਣ ਵਾਲਾ, ਤੇਰੀ ਆ ਵਿਪਤਾ ਬਣਨ ਵਾਲੀ ਹੈ, ਅਸੀਂ ਤੇਰਾ ਦੁੱਖ ਕੱਟ ਦਿਆਂਗੇ, ਤੇਰੇ ਲਈ ਅਰਦਾਸ ਕੀਤੀ, ਤੇਰੇ ਲਈ ਪਾਠ ਕੀਤੇ ਜੀ। ਪਾਠ ਬਾਬਾ ਕਰਦਾ, ਫਲ ਜਿਹੜਾ ਸੰਗਤ ਨੂੰ ਮਿਲਦੇ, ਨਾ ਬਾਬੇ ਨੇ ਕੀਤਾ ਨਾ ਸੰਗਤ ਨੂੰ ਫਲ ਮਿਲਿਆ। ਫਲ ਇਹੋ ਹੀ ਹੈ ਨਾ। ਭੈ ਵਿੱਚ ਰੱਖਣੇ ਚਾਹੁੰਦੇ ਨੇ ਆਪਣੇ। ਜਿਹੜੇ ਬੰਦੇ ਸੰਸਾਰ ਦੇ ਵਿੱਚ ਹਨ, ਸਿੱਧਾਂ ਨੂੰ ਵੀ ਗੁਰੂ ਸਾਹਿਬ ਤੇ ਉਹੀ ਗੱਲ ਕਹੀ, ਕਹਿੰਦੇ ਸਿੱਧੋ ਕਿਉਂ ਲੱਗਾ ਤੁਹਾਨੂੰ ਸੰਸਾਰ ਦੁੱਖਾਂ ਦਾ ਘਰ ਹੈ? ਕਿਉਂ ਲੱਗਾ ਮੋਮ ਦੇ ਦੰਦਾਂ ਨਾਲ ਲੋਹਾ ਨਹੀਂ ਖਾਧਾ ਜਾ ਸਕਦਾ? ਕਿਉਂ ਲੱਗਦਾ ਤੁਹਾਨੂੰ ਵੀ ਇਸ ਹਿਵੇ ਘਰ ਨੂੰ ਬਚਾਉਣਾ ਹੈ ਉਹ ਬੜਾ ਔਖਾ ਹੈ? ਕਿਉਂਕਿ ਤੁਸੀਂ ਨਿਰੰਕਾਰ ਦੇ ਭੋਗ ਵਿੱਚ ਨਹੀਂ ਬੱਝੇ, ਤੁਸੀਂ ਸੰਸਾਰ ਦੇ ਭੋਗ ਵਿੱਚ ਰਹੇ, ਸੰਸਾਰ ਦੇ ਭੈ ਵਿੱਚ ਰਹੇ। ਤੁਹਾਨੂੰ ਸੰਸਾਰ ਦਾ ਭੈ ਰਿਹਾ, ਨਿਰੰਕਾਰ ਦਾ ਭੈ ਨਹੀਂ ਬਣਿਆ। ਤੁਸੀਂ ਸੰਸਾਰ ਨੂੰ ਆਪ ਤਾਂ ਡੁੱਬਣਾ ਸੀ, ਨਾਲ ਸੰਸਾਰ ਨੂੰ ਵੀ, ਆਪਣੇ ਚੇਲਿਆਂ ਨੂੰ ਵੀ ਆਪਣੇ ਭੈ ਵਿੱਚ ਰੱਖਿਆ, ਆਪਣੀਆਂ ਤਾਕਤਾਂ ਦਿਖਾ ਕੇ, ਆਪਣੀਆਂ ਸ਼ਕਤੀਆਂ ਦਿਖਾ ਕੇ, ਆਪਣੀ ਰਿੱਧੀ ਸਿੱਧੀ ਤਾਕਤ ਦਿਖਾ ਕੇ ਵੀ ਸੰਸਾਰ ਸਾਡੇ 'ਚ ਸਾਡੀ ਚੱਲਦੀ ਰਹੇ, ਸਾਡੀ ਤੇ ਜਿਹੜੀ ਸਾਡੀ ਟੋਰਾ ਬਣੀ ਰਹੇ ਸੰਸਾਰ ਵਿੱਚ। ਤਾਂ ਇੱਥੇ ਦੁਖੀ ਹੋ ਤੁਸੀਂ, ਸੱਚੇ ਦੇ ਨਾਲ ਪਾਈ ਨਹੀਂ, ਸਾਂਝ ਨਹੀਂ ਪਾਈ। ਪਰ ਜਿਹੜਾ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦਾ ਹੈ, ਉਹਦੇ ਭੈ ਵਿੱਚ ਆ ਜਾਂਦਾ ਹੈ, ਸੱਚੇ ਦੇ ਭੈ ਵਿੱਚ ਆ ਜਾਂਦਾ ਹੈ। ਉਹਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਹਰ ਥਾਂ ਦੇ ਉੱਤੇ ਪਰਮੇਸ਼ਰ ਦੀ ਜੋਤ ਹੀ ਪਸਰ ਰਹੀ ਹੈ। ਹਰ ਥਾਂ ਦੇ ਉੱਤੇ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਉਹ ਮਾਲਕ ਪ੍ਰਭੂ ਸਾਰੇ ਜੀਵਾਂ ਵਿੱਚ ਵਿਆਪਕ ਹੈ। ਇਹ ਗੱਲ ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰਾ ਪਿਆਰਾ ਪ੍ਰੀਤਮ ਤਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ। ਆਪਣੇ ਅੰਦਰ ਤੇ ਬਾਹਰ ਇੱਕੋ ਜਾਤਾ ਸ਼ਬਦ ਵਿਚਾਰੇ, ਆਪਣੇ ਅੰਦਰ ਤੇ ਬਾਹਰ ਉਹ ਇਸ ਸ਼ਬਦ ਦੀ ਵਿਚਾਰ ਕਰਨ ਕਰਕੇ ਪਰਮੇਸ਼ਰ ਦੀ ਹੋਂਦ ਨੂੰ ਹਰ ਜਗ੍ਹਾ ਹੀ ਸਮਝ ਲੈਂਦਾ ਹੈ। ਉਹਦੀ ਜੋਤ ਦਾ ਅਹਿਸਾਸ ਹੋ ਜਾਂਦਾ ਹੈ। ਜਿਹੜੇ ਸੱਚੇ ਦੇ ਭੈ ਵਿੱਚ ਆ ਜਾਂਦੇ ਹਨ, ਸੱਚੇ ਦੇ ਭੈ ਵਿੱਚ, ਉਹ ਫਿਰ ਪ੍ਰੀਤਮ ਦੀ ਸਿਫਤ ਸਲਾਹ ਦੇ ਗੀਤ ਵਿੱਚ ਮਸਤ ਹੋ ਜਾਂਦੇ ਹਨ। ਉਹ ਗੀਤ ਹੈ ਸ਼ਬਦ। ਉਹ ਕੀ ਗੀਤ ਹੈ? ਸ਼ਬਦ, ਬ੍ਰਹਮ ਦੀ ਵਿਚਾਰ, ਜਿਹਨੂੰ ਲੋਕਾਂ ਨੇ ਗੀਤ ਗੀਤ ਕਹਿ ਕੇ ਕਿਹਾ, ਲੇਕਿਨ ਕਬੀਰ ਸਾਹਿਬ ਕਹਿੰਦੇ ਇਹ ਬ੍ਰਹਮ ਦੇ ਵਿਚਾਰ ਹੈ, ਕਰਤੇ ਦੀਆਂ ਘਰ ਦੀਆਂ ਬਾਤਾਂ ਹਨ। ਇਹ ਸ਼ਬਦ ਜਿਹੜਾ ਹੈ, ਸ਼ਬਦ ਕਰਤੇ ਦੀਆਂ ਘਰ ਦੀਆਂ ਬਾਤਾਂ ਹਨ। ਜਿਸ ਨੇ ਵੀ ਕਰਤੇ ਦਾ ਦੀਦਾਰ ਕਰਨਾ ਹੈ, ਉਹ ਇਸ ਸ਼ਬਦ ਰਾਹੀਂ ਹੀ ਕਰ ਸਕੇਗਾ, ਸ਼ਬਦ ਰਾਹੀਂ ਹੋਏਗਾ। ਕੋਈ ਸਰੀਰ ਦੀਦਾਰ ਨਹੀਂ ਕਰਾ ਸਕਦਾ। ਇਹ ਸ਼ਬਦ ਹੈ ਜਿਹਨੂੰ ਗੁਰੂ ਪਾਤਸ਼ਾਹ ਨੇ ਸ਼ਬਦ ਗੁਰੂ ਕਿਹਾ। ਸਿੱਧੋ ਤੁਸੀਂ ਸਰੀਰ ਦੀ ਪੂਜਾ ਕਰਾਉਂਦੇ ਹੋ, ਨਿਰੰਕਾਰ ਦੀ ਪੂਜਾ ਕਰਦੇ ਹੀ ਨਹੀਂ। ਉਹਦੇ ਭਾਵ ਨਹੀਂ, ਤੁਹਾਡੇ ਅੰਦਰ ਹੈ ਹੀ ਨਹੀਂ। ਤੁਹਾਡੇ ਅੰਦਰ ਭੈ ਸੰਸਾਰ ਦਾ ਹੈ, ਨਿਰੰਕਾਰ ਦਾ ਨਹੀਂ ਹੈ। ਔਰ ਜਦੋਂ ਨਿਰੰਕਾਰ ਦਾ ਭੈ ਨਹੀਂ ਬਣਿਆ, ਸੰਸਾਰ ਦੇ ਦੁੱਖ ਸਾਰੇ ਤੁਹਾਨੂੰ ਘੇਰਦੇ ਰਹਿਣਗੇ ਔਰ ਘੇਰਦੇ ਰਹਿੰਦੇ ਹਨ। ਜਿਹੜਾ ਮਨੁੱਖ ਸੰਸਾਰ ਦੇ ਭੈ ਵਿੱਚ ਨਹੀਂ, ਸੰਸਾਰ ਦੇ ਭੈ ਵਿੱਚ ਰਹਿੰਦਾ ਹੈ, ਉਹ ਨਿਰੰਕਾਰ ਦੇ ਭੈ ਵਿੱਚ ਆ ਨਹੀਂ ਸਕਦਾ। ਹੁਣ ਗੁਰੂ ਪਾਤਸ਼ਾਹ ਸਮਝਾਉਂਦੇ, ਬੜਾ ਖੂਬਸੂਰਤ ਬਚਨ ਸਮਝਾਇਆ ਗੁਰੂ ਰਾਮਦਾਸ ਮਹਾਰਾਜ ਨੇ, ਜਿਹਨੂੰ ਅਸੀਂ ਆਮ ਹੀ ਵਿਆਹ ਦੇ ਸ਼ਬਦ ਕਹਿ ਦਿੰਦੇ ਆ
ਗੁਰੂ ਰਾਮਦਾਸ ਮਹਾਰਾਜ ਸੂਹੀ ਰਾਗ ਦੇ ਇਹ ਬਚਨ ਬੋਲਦੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਹੁਣ ਦੂਜੀ ਲਾਭ ਕੀ? ਆਤਮਿਕ ਜੀਵਨ ਦੀ। ਗੁਰੂ ਨੇ ਪਰਮੇਸ਼ਰ ਨੂੰ ਮਿਲਾ ਦਿੱਤਾ। ਮੈਂ ਸਦਕੇ ਹਾਂ ਆਪਣੇ ਗੁਰੂ ਤੇ। ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਬਲਰਾਮ ਜੀਓ ਸਦਕੇ ਐਸੇ ਰਾਮ ਤੋਂ, ਜਿਹਨੇ ਮੈਨੂੰ ਅੰਦਰੋਂ ਨਿਰਭਉ ਕਰ ਦਿੱਤਾ। ਨਿਰਭਉ ਭੈ ਮਨ ਹੋਏ, ਉਹਦਾ ਅਦਬ ਬਣ ਗਿਆ। ਜਦੋਂ ਨਿਰਭਉ ਨਾਲ ਅਦਬ ਬਣਿਆ, ਅੰਦਰ ਤਬਦੀਲੀ ਆ ਗਈ। ਫਿਰ ਕਹਿੰਦੇ ਹੋਇਆ ਕਿ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰ ਹੈ। ਹੁਣ ਤਾਂ ਮੈਨੂੰ ਹਰ ਪਾਸੇ ਹੋਈ ਦਿਸਦਾ ਹੈ। ਮੇਰੇ ਨਾਲ ਵੀ ਹੈ, ਮੇਰੇ ਤੋਂ ਦੂਰ ਵੀ ਹੈ, ਮੇਰੇ ਅੰਦਰ ਵੀ ਹੈ, ਮੇਰੇ ਸੰਸਾਰ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਨਿਰੰਕਾਰ ਹੁਣ ਮੈਨੂੰ ਇਉਂ ਦਿਸਣ ਲੱਗ ਪਿਆ। ਜਦੋਂ ਉਹਦੇ ਭੈ ਵਿੱਚ ਰਹਿਣਾ ਸਿੱਖ ਜਾਈਏ, ਸੱਚ ਪੈਰ ਧਰਾਈਏ, ਤੇ ਹੰਕਾਰ ਤਾਂ ਜਾਂਦਾ ਲੱਭਦਾ ਹੀ ਨਹੀਂ। ਹੰਕਾਰ ਦੀਆਂ ਪੰਡਾਂ ਜਿਹੜੀਆਂ ਚੁੱਕ ਚੁੱਕ ਕੇ ਗਲੀ ਗਲੀ ਮਹੱਲੇ ਵਿੱਚ ਤੁਰੇ ਫਿਰਦੇ ਸਾਂ, ਉਹ ਗੁਰੂ ਦੇ ਭੈ ਨੇ ਸਾਰੀਆਂ ਹੀ ਸਾੜ ਦਿੱਤੀਆਂ। ਦੁਨੀਆ ਤਾਂ ਗੁੱਝੀ ਭਾਏ ਹੈ, ਅੱਗ ਹੈ। ਤੋ ਸਿੱਧਾ ਨੂੰ ਗੁਰੂ ਸਾਹਿਬ ਕਹਿਣ ਲੱਗੇ, ਦੇਖੋ ਇਹ ਸੱਚੇ ਦੇ ਭੈ ਵਿੱਚ ਰਹਿਣ ਤੋਂ ਬਿਨਾਂ ਗੱਡੀ ਨਹੀਂ ਚੱਲਣੀ। ਗੁਰੂ ਰਾਮਦਾਸ ਮਹਾਰਾਜ ਨੇ ਵੀ ਇਹੋ ਗੱਲ ਸਮਝਾਈ। ਕਹਿੰਦੇ ਜਦੋਂ ਉਹਦਾ ਨਿਰਮਲ ਭਉ ਬਣ ਗਿਆ, ਇਹ ਨਿਰਮਲ ਭਉ ਹੈ, ਇਹ ਡਰ ਕਾਨੂੰਨ ਦਾ ਡੰਡੇ ਦਾ ਨਹੀਂ ਹੈ ਵੀ ਇਹ ਨਾ ਕੀਤਾ ਤੇ ਆ ਹੋਵੇਗਾ। ਇਹ ਤਾਂ ਪ੍ਰੇਮ ਦੀ ਖੇਡ ਹੈ। ਜਿਸ ਨੇ ਇਹ ਪ੍ਰੇਮ ਦੀ ਖੇਡ ਖੇਡੀ, ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ। ਜਿਹਨੇ ਇਹ ਭੈ ਹੀ ਨਹੀਂ ਸਿੱਖਿਆ, ਉਹਦੇ ਅੰਦਰ ਭਾਵ ਵੀ ਨਹੀਂ ਬਣਦਾ। ਭਾਵ ਵੀ ਨਹੀਂ ਬਣਦਾ, ਪ੍ਰੇਮ ਦੀ ਖੇਡ ਨਹੀਂ ਖੇਡੀ ਤਾਂ। ਜਿਨ ਮਨ ਭਾਉ ਤਿਨਾ ਮਨ ਭਾਉ। ਭਾਉ ਕਿਹਦੇ ਅੰਦਰ? ਪ੍ਰੇਮ ਕਿਹਦੇ ਅੰਦਰ ਹੈ? ਜਿਹਨੂੰ ਭੈ ਵਿੱਚ ਰਹਿਣਾ ਆ ਗਿਆ। ਮਾਂ ਬਾਪ ਦੇ ਭੈ ਵਿੱਚ ਬੱਚਾ ਰਹਿੰਦਾ ਰਵੇ, ਮਾਂ ਬਾਪ ਦਾ ਅਦਬ ਸਤਿਕਾਰ ਕਰਦਾ ਰਹੇ, ਤਾਂ ਮਾਂ ਬਾਪ ਦੀ ਖੁਸ਼ੀ ਮਿਲਦੀ ਹੈ, ਪ੍ਰਸੰਨ ਹੁੰਦੇ ਨੇ ਮਾਂ ਬਾਪ। ਅਸੀਂ ਬੱਚੇ ਹਾਂ ਕਰਤਾਰ ਦੇ। ਜੇ ਕਰਤਾਰ ਦੇ ਭਉ ਵਿੱਚ, ਅਦਬ ਸਤਿਕਾਰ ਵਿੱਚ ਉਹਦੇ ਰਹਿਣਾ ਸਿੱਖ ਜਾਈਏ, ਤਾਂ ਕਰਤਾਰ ਦੀ ਖੁਸ਼ੀ ਵੀ ਤਾਂ ਸਾਡੇ ਤੇ ਹੋਵੇਗੀ। ਅਸੀਸ ਵੀ ਤਾਂ ਕਰਤਾਰ ਦੀ ਮਿਲਦੀ ਹੈ। ਅਸੀਂ ਵੱਖਰੀ ਹੋਂਦ ਕਰਕੇ ਕਰਤਾਰ ਦੇ ਭਉ ਵਿੱਚ ਰਹਿਣਾ ਹੀ ਨਹੀਂ ਸਿੱਖੇ। ਗੁਰੂ ਰਾਮਦਾਸ ਕਹਿੰਦੇ ਸੱਚੇ ਪਾਤਸ਼ਾਹ ਵੀ ਜਿਹਨੇ ਨਿਰਮਲ ਭਉ ਪਾ ਲਿਆ, ਜਿਹਨੇ ਹਰੀ ਨੂੰ ਆਪਣੇ ਨਾਲ ਵੇਖ ਲਿਆ, ਫਿਰ ਉਹਨੂੰ ਸਮਝ ਆ ਗਈ ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਉਹ ਹਰ ਜਗ੍ਹਾ ਤੇ ਹੈ, ਇੱਕੋ ਜਾਤਾ, ਹਰ ਜਗ੍ਹਾ ਤੇ ਇੱਕੋ ਹੀ ਜਾਣਦਾ ਹੈ। ਕਿਉਂ ਕਿ ਸ਼ਬਦ ਵਿੱਚ ਰੰਗਿਆ ਗਿਆ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਅੰਦਰ ਬਾਹਰ ਇੱਕੋ ਹੀ ਹੈ ਨਾ। ਸਮਝ ਆ ਗਈ ਸਾਰੀ ਗੱਲ ਦੀ। ਭੈ ਦੂਰ ਹੋ ਗਿਆ, ਉਹ ਹੰਕਾਰ ਦੂਰ ਹੋ ਗਿਆ। ਉਹ ਸਿੱਧ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਸਿੱਧਾ ਨੂੰ ਸਮਝਾਉਂਦੇ, ਕਹਿੰਦੇ ਬਈ ਸਿੱਧੋ, ਇਹ ਹੰਕਾਰ ਦੂਰ ਹੋਣਾ ਸ਼ਬਦ ਦੇ ਭੈ ਵਿੱਚ। ਹੰਕਾਰ ਦੂਰ ਹੋਣਾ ਸ਼ਬਦ ਦੇ ਭੈ ਵਿੱਚ ਰਹਿ ਕੇ। ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ, ਸ਼ਬਦ ਦਾ ਭੈ ਕੀ ਹੈ, ਸ਼ਬਦ ਕੀ ਹੈ, ਸ਼ਬਦ ਕਿਵੇਂ ਭੱਜਲ ਪਾਰ ਲਗਾਉਂਦਾ ਹੈ। ਸ਼ਬਦ ਤਾਂ ਹੰਕਾਰ ਦੀਆਂ ਟੀਸੀਆਂ ਤੇ ਚੜਿਆ ਹੋਇਆਂ ਨੂੰ ਵੀ ਬਦਲ ਕੇ ਰੱਖ ਦਿੰਦਾ ਹੈ। ਸ਼ਬਦ ਟੁੱਟਿਆਂ ਨੂੰ ਜੋੜਦਾ ਹੈ, ਸ਼ਬਦ ਸੁੱਤਿਆਂ ਨੂੰ ਜਗਾਉਂਦਾ ਹੈ। ਸ਼ਬਦ ਇਹ ਹੈ। ਉਹ ਸਾਹਿਬ ਜੀ ਕਹਿਣ ਲੱਗੇ, ਸੱਚ ਭੈ ਰਾਤਾ ਗਰਭ ਨਿਵਾਰ, ਇੱਕੋ ਜਾਤਾ ਸ਼ਬਦ ਵਿਚਾਰ। ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਡਰ ਵਿੱਚ ਰੰਗਿਆ ਹੋਇਆ ਹੈ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ,
ਉਹ ਹੰਕਾਰ ਦੂਰ ਕਰ ਦਿੰਦਾ ਹੈ। ਉਹ ਸਦਾ ਸਤਿਗੁਰ ਦੇ ਸ਼ਬਦ ਨੂੰ ਵਿਚਾਰਦਾ ਹੈ ਅਤੇ ਸ਼ਬਦ ਦੀ ਸਹਾਇਤਾ ਨਾਲ ਹਰ ਥਾਂ ਤੇ ਵਸਦੇ ਹੋਏ ਇੱਕ ਪ੍ਰਭੂ ਨੂੰ ਪਛਾਣ ਲੈਂਦਾ ਹੈ। ਉਹਨੂੰ ਸਮਝ ਆ ਗਈ, ਸਭ ਮੈਂ ਜੋਤ, ਜੋਤ ਹੈ ਸੋਏ। ਉਹਨੂੰ ਗੱਲ ਸਮਝ ਆ ਗਈ, ਸਾਰਿਆਂ ਦੇ ਵਿੱਚ ਉਹਦੇ ਵਸ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਇਹ ਗੱਲ ਸਮਝ ਆ ਗਈ, ਅੰਦਰ ਵੀ ਹੈ ਬਾਹਰ ਵੀ ਹੈ, ਘਟ ਘਟ ਵਿੱਚ ਹੋਈ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਹੋ ਪੁਕਾਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਉਹਨੂੰ ਸਮਝ ਆ ਜਾਂਦੀ ਹੈ। ਅਸਲ ਵਿੱਚ ਅੰਦਰ ਹਰ ਥਾਂ ਤੇ ਪ੍ਰਭੂ ਦੀ ਪਹਿਚਾਨ ਕਿਉਂ ਨਹੀਂ ਹੋਈ? ਕਿਉਂਕਿ ਹੰਕਾਰ ਕਰਕੇ ਦੁੱਖਾਂ ਦੀ ਪੰਡ ਸਿਰ ਤੇ ਚੁੱਕ ਲਈ। ਸਤਿਗੁਰੂ ਕਹਿਣ ਲੱਗੇ, ਸ਼ਬਦ ਵਸੈ ਸਚ ਅੰਤਰ ਹੀਆ। ਅੰਤਰ ਹੀਆ ਹੀ, ਅੰਤਰ ਹੀਆ ਦਾ ਮਤਲਬ ਹਿਰਦੇ ਦੇ ਅੰਦਰ ਯਾਦ ਦਾ ਹਿੱਸਾ ਬਣ ਜਾਣਾ, ਚਿੰਤਨ ਦਾ ਹਿੱਸਾ ਬਣ ਜਾਣਾ। ਇਹਦੇ ਵਿੱਚ ਵਸਣ ਦਾ ਕੀ ਮਤਲਬ ਹੈ? ਸ਼ਬਦ ਸਾਡੀ ਜ਼ਿੰਦਗੀ ਵਿੱਚ ਯਾਦ ਦਾ ਹਿੱਸਾ ਬਣ ਜਾਏ। ਸ਼ਬਦ ਵਸੈ ਸਚ ਅੰਤਰ ਹੀਆ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਔਰ ਉਸ ਸ਼ਬਦ ਦੀ ਬਰਕਤ ਨਾਲ ਪ੍ਰਭੂ ਆਪ ਉਸ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਭਾਵ ਅੰਦਰ ਵਸਦੇ ਹੋਏ ਪ੍ਰਭੂ ਦੇ ਦੀਦਾਰ ਹੋ ਜਾਂਦੇ ਹਨ। ਨਾਲ ਰਹਿੰਦੇ ਹੋਏ ਪਰਮੇਸ਼ਰ ਨੂੰ ਜਿਹੜੀਆਂ ਅੱਖਾਂ ਨਹੀਂ ਸੀ ਦੇਖ ਸਕਦੀਆਂ, ਉਹ ਵੇਖ ਲੈਂਦੀਆਂ ਹਨ, ਕਿਉਂਕਿ ਭਉ ਚ ਆ ਗਿਆ ਇਹਦੇ ਪਰਮੇਸ਼ਰ ਦੇ। ਜਿਸ ਦੇ ਅੰਦਰ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਡਰ ਮੌਜੂਦ ਹੈ, ਉਹ ਸੰਸਾਰ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ। ਗੱਲ ਕਰਨਾ, ਉਹਨੂੰ ਨਿਰੰਕਾਰ ਦਾ ਭੈ ਹੁੰਦਾ, ਹੁਣ ਸੰਸਾਰ ਦਾ ਭੈ ਨਹੀਂ ਹੁੰਦਾ। ਉਹਨੂੰ ਸ਼ਬਦ ਫਿਰ ਆਨੰਦ ਬਖਸ਼ਦਾ ਹੈ, ਖੇੜਾ ਬਖਸ਼ਦਾ ਹੈ, ਕਿਉਂਕਿ ਸ਼ਬਦ ਰਸ ਹੈ, ਸ਼ਬਦ ਸੁੰਦਰਤਾ ਹੈ, ਸ਼ਬਦ ਖੇੜਾ ਹੈ, ਸ਼ਬਦ ਤਾਂ ਆਨੰਦ ਦਾ ਘਰ ਹੈ, ਆਨੰਦ ਦਾ ਸੋਮਾ ਹੈ। ਜਿਸ ਨੇ ਸ਼ਬਦ ਨਾਲ ਪ੍ਰੀਤ ਪਾ ਲਈ, ਉਹ ਆਨੰਦ ਦੇ ਘਰ ਵਿੱਚ ਪਹੁੰਚ ਗਿਆ। ਸ਼ਬਦ ਵਸੈ ਸੱਚ ਅੰਤਰ ਹੀਆ। ਸ਼ਬਦ ਹਿਰਦੇ ਵਿੱਚ ਵਸ ਗਿਆ, ਸ਼ਬਦ ਨਾਲ ਪ੍ਰੀਤ ਪੈ ਗਈ। ਉਹਦੇ ਅੰਦਰੋਂ ਫਿਰ ਜਿਹੜੀ ਸ਼ਬਦ ਨਾਲ ਪ੍ਰੀਤ ਪੈ ਜਾਂਦੀ ਹੈ, ਹਿਰਦੇ ਵਿੱਚ ਸੱਚੇ ਦੀ ਨਾਲ ਸਾਂਝ ਪੈ ਜਾਂਦੀ ਹੈ, ਉਹਦੇ ਅੰਦਰੋਂ ਇੱਕ ਫਿਰ ਆਵਾਜ਼ ਨਿਕਲਦੀ ਹੈ, ਇਹ ਮੇਰੇ ਪਿਆਰੇ ਪ੍ਰੀਤਮ, ਮੇਰੇ ਪਿਆਰੇ ਪ੍ਰਭੂ, ਮੇਰੇ ਤੇ ਰਹਿਮਤ ਰੱਖੀ। ਹੁਣ ਮੈਂ ਤੇਰੀ ਯਾਦ ਵਿੱਚ ਜੁੜਿਆ ਰਹਾ, ਮੇਰੇ ਤੇ ਬਖਸ਼ਿਸ਼ ਰੱਖਣਾ ਕਿ ਮੈਂ ਤੇਰੀ ਯਾਦ ਵਿੱਚ ਜੁੜਿਆ ਰਹਾ, ਅੱਖਾਂ ਨਾਲ ਤੇਰਾ ਦੀਦਾਰ ਕਰਾਂ। ਦੁਨੀਆ ਵਿੱਚ ਇਹਦਾ ਹੋਇਆ ਵੀ ਇਹ ਅੱਖਾਂ ਮੈਲੀਆਂ ਨਾ ਹੋਣ, ਇਹਨਾਂ ਅੱਖਾਂ ਨਾਲ ਮੈਂ ਤੇਰਾ ਦੀਦਾਰ ਕਰਾਂ। ਮੈਂ ਕੰਨਾਂ ਵਿੱਚ ਤੇਰੀ ਸਿਲਸਿਲਾ ਦਾ ਗੀਤ ਪੈਂਦਾ ਰਹੇ, ਤੇਰੀ ਸਿਲਸਿਲਾ ਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਪੈਣ, ਇਹਨਾਂ ਕੰਨਾਂ ਵਿੱਚ ਬਾਣੀ ਗੂੰਜਦੀ ਰਹੇ, ਗੁਰੂ ਦਾ ਸ਼ਬਦ ਗੂੰਜਦਾ ਰਹੇ, ਤੇਰਾ ਸੋਹਣਾ ਜਸ ਸੁਣਦਾ ਰਹਾ, ਤੇਰੀ ਵਡਿਆਈ ਸੁਣਦਾ ਰਹਾ। ਉਹਦੇ ਅੰਦਰੋਂ ਹੁੱਕੀ ਨਿਕਲਦੀ ਹੈ, ਮੇਰਾ ਮਨ ਤੇਰੇ ਚਰਨਾਂ ਦਾ ਭੌਰਾ ਬਣਿਆ ਰਵੇ, ਮੇਰਾ ਮਨ ਤੇਰੇ ਚਰਨਾਂ ਦਾ ਭੌਰਾ ਬਣਿਆ ਰਵੇ, ਤੇਰਾ ਸ਼ਬਦ ਮੇਰੇ ਹਿਰਦੇ ਵਿੱਚ ਟਿਕਿਆ ਰਹੇ, ਮੇਰੀ ਜ਼ਬਾਨ ਤੇ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਤੇਰਾ ਸਿਮਰਨ ਉਚਾਰਦੀ ਰਹੇ, ਤੇ ਮੇਰੀ ਰਸਨਾ ਹਰ ਵੇਲੇ ਤੇਰੀ ਬੰਦਗੀ ਕਰ। ਰਸਨਾ ਜਪਤੀ ਤੂੰ ਹੀ ਕਰੇ, ਰਸਨਾ ਜਪਤੀ ਤੂੰ ਹੀ, ਇਹੀ ਜ਼ਬਾਨ ਤੇ ਗੱਲ ਆ ਜਾਏ ਨਾ। ਹੁਣ ਸ਼ਬਦ ਵਿੱਚ ਰੰਗਿਆ ਗਿਆ, ਅੰਦਰ ਹਿਰਦੇ ਵਿੱਚ ਵਸ ਗਿਆ ਸ਼ਬਦ। ਹੁਣ ਮੈਨੂੰ ਸੰਸਾਰ ਦਾ ਭੈ ਨਹੀਂ, ਬਸ ਇੱਕੋ ਨਿਰਮਲ ਭਾਉ ਹੈ ਮੇਰੇ ਸਤਿਗੁਰਾ। ਉਹ ਭਾਉ ਕੀ ਹੈ? ਮੈਨੂੰ ਇੱਕੋ ਡਰ ਹੈ ਹੁਣ ਕਿ ਹੇ ਵਾਹਿਗੁਰੂ ਜੀ, ਕਿਤੇ ਮੇਰੀ ਪ੍ਰੀਤ ਤੇਰੇ ਨਾਲੋਂ ਟੁੱਟ ਨਾ ਜਾਏ। ਹੁਣ ਕਿਤੇ ਇਹ ਨਾ ਟੁੱਟ ਜਾਏ, ਮੈਂ ਬਹੁਤ ਮਹਿੰਗੀ ਲਈ ਹੈ ਪ੍ਰੀਤ, ਆਪਣਾ ਜੀ ਤੈਨੂੰ ਹਵਾਲੇ ਕਰਕੇ ਮਿਲਦੀ ਹੈ, ਔਰ ਮੈਂ ਆਪਣੀ ਜਿੰਦ ਦੇ ਬਦਲੇ ਵਿੱਚ ਇਸ ਪ੍ਰੀਤ ਨੂੰ ਖਰੀਦਿਆ। ਹੁਣ ਮੇਰੀ ਪ੍ਰੀਤ ਨਾ ਟੁੱਟ ਜਾਏ। ਇਹ ਸ਼ਬਦ ਅਵਸਥਾ ਅੰਤਰ ਹੀ ਦੀ ਗੱਲ ਹੈ। ਸਿੱਧੋ ਸੁਣੋ, ਉਹ ਫਿਰ ਵੱਖਰੀ ਹੋਂਦ ਬਣਾ ਕੇ ਨਹੀਂ ਬੈਠਦਾ, ਉਹ ਤਾਂ ਭਗਤ ਰਵਿਦਾਸ ਜੀ ਵਾਂਗੂ ਪੁਕਾਰ ਪੁਕਾਰ ਕੇ ਕਹਿੰਦਾ, ਚਿਤ ਸਿਮਰਨ ਕਰੂੰ
नैन अवलोकनो श्रवण बाणी सुजस पूर राखूं। ਵੀ ਚਿੱਤ ਵਿੱਚ ਮੇਰੀ ਤੇਰੀ ਯਾਦ ਹੋਵੇ, ਕਰਤਾਰ ਦੀ ਯਾਦ ਹੋਵੇ, ਨੈਣ ਤੇਰੇ ਦੀਦਾਰ ਕਰਦੇ ਰਹਿਣ, ਮੇਰੇ ਕੰਨ ਤੇਰੀ ਬਾਣੀ ਸੁਣਦੇ ਰਹਿਣ, ਔਰ ਤੇਰਾ ਜਸ ਮੇਰੀ ਰਸਨਾ ਦੇ ਉੱਤੇ ਹੋਵੇ। ਭਗਤ ਰਵਿਦਾਸ ਜੀ ਵਾਂਗੂ ਪੁਕਾਰ ਕੇ ਕਹਿੰਦਾ। ਧਨਾਸਰੀ ਰਾਗ ਦਾ ਬਚਨ ਹੈ ਭਗਤ ਰਵਿਦਾਸ ਜੀ ਦਾ, ਜਿਹੜਾ ਭਗਤ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਇਹਦੇ ਚ। ਕਹਿੰਦੇ ਮਨ ਸੋ ਮਦਕਰ ਕਰੂੰ, ਮਨ ਭੌਰਾ ਬਣਾ ਦਿਆਂ, ਚਰਨ ਹਿਰਦੇ ਧਰੂ, ਮੈਂ ਤੇਰੇ ਚਰਨ ਤੇਰੇ ਉਪਦੇਸ਼ ਹਿਰਦੇ ਚ ਪੱਕੇ ਕਰ ਲਵਾਂ। ਰਸਨ ਅੰਮ੍ਰਿਤ ਰਾਮ ਨਾਮ ਭਾਖੂ, ਰਸਨਾ ਬੋਲੇ ਤੇਰੇ ਬੋਲ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਮੈਂ ਤਾਂ ਮੋਲ ਮਹਿੰਗੀ ਲਈ, ਮੈਂ ਕਹਿੰਦੇ ਮੋਲ ਮਹਿੰਗੀ ਕੀ ਲਈ? ਇਹ ਜੀ ਆਪਣਾ ਜੀ ਦੇ ਕੇ ਲਈ, ਜਿੰਦ ਦੇ ਕੇ ਲਈ। ਇਹ ਉਦਾਂ ਨਹੀਂ ਮਿਲਦੀ ਜੀਂਦ। ਤੇ ਅੱਗੇ ਭਗਤ ਜੀ ਕਹਿੰਦੇ ਇਹ ਭਾਉ, ਇਹ ਪ੍ਰੇਮ ਸਤ ਸੰਗੀਆਂ ਦੀ ਸੰਗਤ ਵਿੱਚੋਂ ਮਿਲਦਾ ਹੈ, ਔਰ ਸਤ ਸੰਗੀਆਂ ਦੀ ਸੰਗਤ ਤੋਂ ਬਿਨਾ, ਭਾਉ ਤੋਂ ਬਿਨਾ ਤੇਰੀ ਬੰਦਗੀ ਵੀ ਨਹੀਂ ਹੋ ਸਕਦੀ। ਤੇਰੇ ਭਾਉ ਵਿੱਚ ਰਹਿਣ ਤੋਂ ਬਿਨਾ, ਤੇਰੇ ਭੈ ਵਿੱਚ ਰਹਿਣ ਤੋਂ ਬਿਨਾ ਤੇਰੀ ਬੰਦਗੀ ਨਹੀਂ ਹੋ ਸਕਦੀ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਹੋ ਹੀ ਨਹੀਂ ਸਕਦੀ। ਕਹੇ ਰਵਿਦਾਸ ਇੱਕ ਬੇਨਤੀ, ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ। ਤਰਲਾ ਹੈ ਮੇਰਾ ਤੇਰੇ ਚਰਨਾਂ ਦੇ ਵਿੱਚ, ਮੇਰੀ ਪੈਜ ਰੱਖ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਅੰਦਰ ਸ਼ਬਦ ਵਸ ਗਿਆ, ਹੀਏ ਵਿੱਚ ਸ਼ਬਦ ਵਸ ਗਿਆ। ਸਿੱਧੋ ਸ਼ਬਦ ਦਾ ਹਿਰਦੇ ਵਿੱਚ ਵਸ ਜਾਣਾ ਹੀ ਸੰਸਾਰ ਦੇ ਡਰ ਤੋਂ ਦੂਰ ਹੋਣਾ ਹੈ, ਔਰ ਹੰਕਾਰ ਦੀਆਂ ਟੀਸੀਆਂ ਤੋਂ ਥੱਲੇ ਉਤਰਨਾ ਹੈ। ਜਿੱਥੇ ਸ਼ਬਦ ਵਸ ਗਿਆ ਉਹ ਤਾਂ ਮੈਦਾਨ ਹੋ ਗਿਆ। ਉਹਨੇ ਮਨ ਨੂੰ ਮੈਦਾਨ ਕਰ ਲਿਆ, ਟੋਏ ਟਿੱਬੇ ਲਾ ਦਿੱਤੇ ਹੰਕਾਰ ਦੇ। ਹੁਣ ਹੰਕਾਰ ਦੇ ਟੋਏ ਟਿੱਬੇ ਨਹੀਂ ਬਣੇ। ਤਨ ਮਨ ਸੀਤਲ ਰੰਗ ਰੰਗੀਆ, ਫਿਰ ਕੀ ਹੋਇਆ ਜੀ? ਉਹਦਾ ਮਨ ਤਨ ਤਾਂ ਠੰਡਾ ਠਾਰ ਹੋ ਗਿਆ। ਠੰਡਾ ਠਾਰ ਕਿਉਂ ਹੋ ਗਿਆ? ਕਿਉਂਕਿ ਪਰਮੇਸ਼ਰ ਦਾ ਨਾਮ ਹੀ ਠੰਡਾ ਹੈ, ਸੀਤਲ ਹੈ। ਕੱਲ ਵਿਚਾਰ ਕੀਤੀ ਸੀ ਆਪਾਂ। ਪਰਮੇਸ਼ਰ ਵੀ ਠੰਡਾ, ਗੁਰੂ ਵੀ ਠੰਡਾ। ਗੁਰੂ ਤੱਤੀ ਤਵੀ ਤੇ ਵੀ ਗਰਮ ਨਹੀਂ ਹੁੰਦਾ। ਗੁਰੂ ਉਬਲਦੀਆਂ ਦੇਗਾਂ ਵਿੱਚ ਵੀ ਨਹੀਂ ਉਬਲਦਾ, ਗਰਮ ਨਹੀਂ ਹੁੰਦਾ। ਬਾਹਰ ਉਬਾਲ ਹਨ ਦੇਖਦੇ, ਅੰਦਰ ਠੰਡ ਹੈ, ਸ਼ਾਂਤ ਹੈ। ਤੇਰਾ ਕੀਆ ਮਿੱਠਾ ਲਾਗੇ ਦੀ ਧੁਨ ਚੱਲ ਰਹੀ ਹੈ, ਅੰਦਰ ਇਹ ਹੈ। ਗੁਰੂ ਵੀ ਠੰਡਾ, ਪਰਮੇਸ਼ਰ ਵੀ ਠੰਡਾ, ਉਹਦਾ ਨਾਮ ਵੀ ਠੰਡਾ, ਸੀਤਲ ਹੈ, ਸੀਤਲ ਹੈ। ਤਨ ਮਨ ਸੀਤਲ ਰੰਗ ਰੰਗੀਆ, ਉਸ ਦੇ ਰੰਗ ਵਿੱਚ ਰੰਗੇ ਹੋਣ ਕਰਕੇ, ਪਿਆਰ ਦੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਣ ਕਰਕੇ ਤਨ ਮਨ ਠੰਡਾ ਹੋ ਜਾਂਦਾ ਹੈ। ਅੰਦਰ ਸ਼ਬਦ ਵਸ ਗਿਆ। ਹੁਣ ਸੁਭਾਅ ਬਣ ਗਿਆ ਆਪਾਂ ਵਾਰਨ ਦਾ, ਸੁਭਾਅ ਬਣ ਗਿਆ ਆਪਾਂ ਨਿਸ਼ਾਵਰ ਕਰਨ ਦਾ। ਸ਼ਬਦ ਦੀ ਕਿਰਪਾ ਨਾਲ ਅੰਦਰ ਠੰਡਾ ਹੋ ਗਿਆ। ਜਿਵੇਂ ਹਿਵੇ ਘਰ ਨੂੰ ਦੇਖਿਆ ਜਾਂਦਾ ਹੈ, ਹਿਵੇ ਘਰ ਨੂੰ ਬਚਾਇਆ ਜਾਂਦਾ ਹੈ ਮਾਇਆ ਦੀ ਪਰਦੇ ਦੀ ਅੱਗ ਤੋਂ, ਇਹ ਸਿੱਧੋ ਇਉਂ ਬਚ ਜਾਈਦਾ ਜਦੋਂ ਹਿਰਦਾ ਘਰ ਠੰਡਾ ਬਚ ਜਾਂਦਾ ਮਾਇਆ ਦੇ ਪਰਦੇ ਦੀ ਅੱਗ ਤੋਂ, ਜਦੋਂ ਅੰਦਰ ਸ਼ਬਦ ਵਸਦਾ ਹੈ। ਇਹ ਹੈ ਹਿਵੇ ਘਰ ਨੂੰ ਅੱਗ ਦੇ ਪਰਦੇ ਤੋਂ ਬਚਾ ਕੇ ਰੱਖਣਾ। ਜਦ ਠੰਡਾ ਹੋ ਗਿਆ, ਬਾਹਰ ਮਾਇਆ ਦੀ ਅੱਗ ਹੈ, ਔਰ ਹਿਰਦੇ ਘਰ ਨੂੰ ਗੁਰੂ ਦੇ ਸ਼ਬਦ ਦੇ ਵਾਸੇ ਦੇ ਨਾਲ ਉਹਨੇ ਮਾਇਆ ਦੀ ਅੱਗ ਨੇ ਸਾੜਿਆ ਨਹੀਂ, ਸੜਨ ਨਹੀਂ ਦਿੱਤਾ। ਕਿਉਂਕਿ ਸ਼ਬਦ ਜਿਹੜਾ ਹੈ ਉਹ ਬਲਵਾਨ ਹੈ, ਸ਼ਬਦ ਜਿਹੜਾ ਹੈ ਤਗੜਾ ਹੈ। ਦੁਨੀਆ ਅੱਗ ਵਾਂਗੂ ਹੈ, ਕਰੜੀ ਹੈ। ਜੱਗ ਕਰੜਾ ਨਾ, ਦੁਨੀਆ ਅੱਗ ਵਰਗੀ ਕਰੜੀ ਹੈ, ਸੇਕ ਵਾਲੀ ਹੈ, ਭਾਵ ਵਾਲੀ ਹੈ। ਪਰ ਵਾਹਿਗੁਰੂ ਤੇਰਾ ਨਾਮ, ਤੇਰਾ ਸ਼ਬਦ ਠੰਡ ਪਾਉਣ ਵਾਲਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਮਲਾਰ ਰਾਗ ਵਿੱਚ ਬਚਨ ਲਿਖੇ, ਕਹਿੰਦੇ ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹ ਸਮਾਇਆ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ। ਗੁਰੂ ਨਾਨਕ ਸਾਹਿਬ ਦੇ ਬਚਨ ਹੈ ਰਾਗ ਮਲਾਰ ਵਿੱਚ। ਆਤਿਸ਼ ਦੁਨੀਆ, ਆਤਿਸ਼ ਦਾ ਅਰਥ ਹੈ ਅੱਗ। ਦੁਨੀਆ ਅੱਗ ਹੈ,
और कहेंगे अगे सतगुरु कहते गुरु नानक पातशाह खुनक ठंड है, खुनक का अर्थ है ठंडी। ही नाम खुदाया, खुदा तेरा शब्द तेरा नाम ठंडा है, तेरा नाम ठंडा है। दुनिया अग दी भा है सिद्धो, दुनिया अग दी भा दे पर्दे विचों इस मौम दे घर नूं बचाउणा ते शब्द दे वासे नाल बचना। ये संसार छड्ड के नहीं बचना, दुनिया त्याग के नहीं बचना, निरंकार दे भै विच रह के बचेगा। सतगुरु कहते कल तांती ठंडा हर नाओ, गुरु अर्जन देव महाराज सुखमणी की बाड़ी विच सिमर सिमर सदा सुख पाऊं, ਉਹਦਾ ਨਾਂ ठंडा, दुनिया तत्ती। और जेड़ा ਉਹਦੇ नाम ਵਿੱਚ जुड़ जाता वो आत्मक आनंद ਦੇ ਹੁਲਾਰੇ ਲੈਂਦਾ। ਭਉ ਬਿਨ ਸੇ पूर्ण होए आस, भगत भाए आत्म प्रगास। ਉਹਦੇ ਭੈ ਵਿੱਚ ਰੰਗਿਆ ਬੰਦਗੀ, अंदर चानन हो गया, ज्ञान हो गया, प्रकाश हो गया। दर्शन पेखत मैं जियो, सुनकर बचन तुम्हारे सतगुर, मन तन मेरा ठार थियो। तेरे बचन बसे ठंड पै गई, शब्द तो है ही ठंडा। आस्था राग विच गुरु अर्जन देव महाराज का बचन है। दर्शन पेखत मैं जियो, सुनकर बचन तुम्हारे सतगुर, मन तन मेरा ठार थियो। ठंडा हो गया, अंदर ठंड पै गई। शब्द ठंडा है और शब्द की प्रीत चाहिए है। चंद्रमा की रोशनी बड़ी मिठी जी लगती, हालांकि ये चंद्रमा की रोशनी अपनी नहीं होंगी, सूरज तो उधारी ली हुई है। अगलियां पौड़ियां च भी जिक्र आएगा। शीतल चंदन का रुख बड़ा शीतल है, सप अपनी जहर विच सड़दा ते उहनूं लपेटिया रखदा, चंदन दे नाल लिपटिया हुंदा ताकि ठंड पै जाए। ना चंदन का रुख ठंड अंदर पा सकता, ना चंद्रमा की रोशनी अंदर ठंडा कर सकती है, ना सर्दियां की भर सर्दी की रुत अंदर ठंडा कर सकती है। ठंड पा सकता तो केवल परमेश्वर का नाम ते उहदा शब्द ठंडा है, वो पा सकता है। जल तो बल तो तरौंका कौन दिंदा है? शब्द दिंदा है। न शीतलिंग चंद्र देव न शीतलिंग बावन चंदन है। संस्कृति श्लोका विच गुरु अर्जन देव महाराज का श्लोक है। न चंद्रमा की ठंड, न चंदन की ठंड, न शीतलिंग शीत रुतन, ना ठंडी रुत सर्दी के अंदर ठंड पा सकती है। नानक शीतलंग साध सवजन, ठंड है तो सत्संगियां की संगत विच है, प्रीतम दे रंगे होया दी संगत विच है, वो संगत है। इस गुरु पातशाह कहते चंदन चंदना सर्द रुत, मूल ना मिटी घाम, शीतल थीवे नानका जपंदड़ो हर नाम। नाम ना ठंडा ना। हुण ये गल जवाब दिता गुरु नानक पातशाह नूं समझाउंदे, बई तन मन शीतल रंग रंगीया। क्यों? क्योंकि शब्द ने काम क्रोध विख अग्न निवारे, उन्हें अग साड़ दी जिहड़ी अंदर ठंड है, अंदर नूं तपश सी। ठंडा किवें हो गया? भी शब्द की बरकत नाल काम क्रोध अग जी सी वह निवार गई, दूर हो गई, मिटा लई, अग मिट गई, बुझ गई। क्योंकि गुरु ने शब्द ने जल तो बल तो तरौंकिया की गल की है। शब्द का नाम का तरौंका दिता तो जलते बलते हिरदे नूं ठंड पै गई। नानक नदरी नदर प्यारे, सतगुरु गुरु नानक साहब कहते नानक वो मनुख मेहर करने वाले प्यारे प्रभु की नजर विच रहिंदा है। नानक नदरी नदर हेठ रहिंदा है, कहते प्यारे की नजर विच। जेड़ा मनुख परमेश्वर के शब्द नाल जुड़ता है, उसका हिरदा भी ठंडा है और परमेश्वर की नजर भी सदा उहदे उत्ते रहिंदी है, अपनी नजर हेठ रखता है उसनूं। तो गुरु पातशाह अज दे इस पावन शब्द राही सिद्धां नूं समझाउंदे 3 पौड़ियां लगातार आईयां, 45, 46, 47। 45वीं पौड़ी राही सिद्धा कोलों प्रश्न सी कि बाले
ਤੂੰ ਕੋਈ ਯੋਗ ਸਾਧਨਾ ਨਹੀਂ ਕੀਤੀ, ਨਾ ਕੋਈ ਤੂੰ ਤਪ ਕੀਤਾ, ਤੇਰੇ ਮੋਮ ਦੇ ਦੰਦ ਹਨ, ਬੜੇ ਨਰਮ ਹਨ ਤੇਰੇ, ਤੂੰ ਇਹ ਦੱਸ ਇਹਨਾਂ ਦੰਦਾਂ ਨਾਲ ਸਾਰ ਕਿਵੇਂ ਖਾ ਲਵੇਂਗਾ, ਲੋਹਾ ਕਿਵੇਂ ਖਾਧਾ ਜਾ ਸਕਦਾ? ਤੂੰ ਤਾਂ ਜਪ ਤਪ ਕੀਤਾ ਹੀ ਨਹੀਂ। ਕਿਹੜਾ ਭੋਜਨ ਖਾਏਗਾ ਜਿਹਦਾ ਤੇਰਾ ਹੰਕਾਰ ਮਿਟ ਜਾਏਗਾ? ਗੁਰੂ ਪਾਤਸ਼ਾਹ ਨੇ ਉੱਤਰ ਦਿੱਤਾ ਸੀ ਕਿ ਆਤਮਿਕ ਨਿਰਬਲਤਾ ਨਾਲ ਜਦੋਂ ਅੰਦਰ ਆਤਮਿਕ ਬਲ ਆ ਜਾਏ, ਬਰਫ਼ ਦੇ ਘਰ ਵਿੱਚ ਹੰਕਾਰ ਰਹਿੰਦਾ ਹੀ ਨਹੀਂ। ਅਗਨੀ ਦਾ ਵਾਸਾ ਕਿਵੇਂ ਰਹਿ ਸਕਦਾ ਹੈ ਜਿੱਥੇ ਸ਼ਬਦ ਦਾ ਵਾਸਾ ਹੋ ਜਾਏ? ਜਿਵੇਂ ਬਰਫ਼ ਨੂੰ ਅੱਗ ਗਾਲਦੀ ਹੈ, ਤਿਵੇਂ ਸਰੀਰ ਦਾ ਸੁਭਾਅ ਜਿਹੜਾ ਉਹ ਸਰੀਰ ਨੂੰ ਗਾਲਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੇ, ਜਿਵੇਂ ਇਹਨਾਂ ਦੀ ਤਪਸ਼ ਗਾਲਦੀ ਹੈ। ਪਰ ਜਦੋਂ ਇਹਨਾਂ ਦੀ ਤਪਸ਼ ਮਿਟ ਜਾਵੇ ਤਾਂ ਫਿਰ ਇਹ ਬਰਫ਼ ਦਾ ਘਰ ਜਿਹੜਾ ਉਹ ਗਲਦਾ ਨਹੀਂ, ਉੱਥੇ ਦਾ ਉੱਥੇ ਰਹਿੰਦਾ, ਟਿਕਿਆ ਰਹਿੰਦਾ ਹੈ। ਹੁਣ ਅਗਲਾ ਪ੍ਰਸ਼ਨ ਗੁਫਾ ਬਾਰੇ ਹੈ ਜਿਹੜਾ ਉਹਨਾਂ ਨੇ ਕੀਤਾ। ਉਹ ਕਿਹੜੀ ਗੁਫਾ ਹੈ ਜਿੱਥੇ ਪ੍ਰਾਣਾਂ ਦੇ ਟਿਕੇ ਰਹਿਣ? ਉਹ ਧਿਆਨ ਕਿਹੜਾ ਹੈ ਜਿਸ ਨਾਲ ਮਨ ਦੀ ਦੌੜ ਮੁੱਕ ਜਾਏ? ਸਿੱਧਾ ਨੇ ਜਿਹੜੇ ਸਵਾਲ ਕੀਤੇ, ਗੁਰੂ ਸਾਹਿਬ ਦਾ ਜਵਾਬ ਸੀ, ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ, ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ। ਗੁਰੂ ਦੇ ਸ਼ਬਦ ਨਾਲ, ਵਿਚਾਰ ਨਾਲ ਇਸ ਗੁਫਾ ਵਿੱਚ ਟਿਕ ਜਾਈਏ ਤਾਂ ਫਿਰ ਇੱਥੇ ਮੋਮ ਦਾ ਘਰ ਪਿਘਲਦਾ ਨਹੀਂ। ਧਿਆਨ ਦੀ ਸੋਝੀ, ਗੁਰੂ ਦਾ ਗਿਆਨ ਮਨ ਵਿੱਚ ਆਉਣ ਲੱਗ ਪੈਂਦਾ ਹੈ। ਇਸ ਬਾਰੇ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ, ਭਗਤ ਧੰਨਾ ਜੀ ਨੇ ਵੀ ਇੱਕ ਬਚਨ ਕੀਤਾ ਸੀ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮੇ, ਪ੍ਰੇਮ ਭਗਤ ਮਾਨੀ ਸੁਖ ਪਜਾਨਿਆ, ਤ੍ਰਿਪਤ ਅਗਾਨੇ ਮੁਕਤ ਭਏ। ਗੁਰੂ ਦਾ ਗਿਆਨ ਆ ਗਿਆ, ਫਿਰ ਇਹ ਸਾਰਾ ਕੁਝ ਮਿਟ ਗਿਆ, ਧਿਆਨ ਜੁੜ ਗਿਆ, ਪ੍ਰੇਮ ਭਗਤੀ ਮਿਲ ਗਈ, ਦਾਤ ਮਿਲ ਗਈ। ਮਨ ਵਿੱਚ ਪਦਾਰਥਾਂ ਦੀ ਪਕੜ ਹੋਣ ਕਰਕੇ ਮਨ ਈਰਖਾ ਤੇ ਦੁਵੈਖ ਦੀ ਅੱਗ ਹਰ ਵੇਲੇ ਇਹਦੇ ਚ ਬਲਦੀ ਰਹਿੰਦੀ ਹੈ। ਹੋ ਮੈਂ ਹਰ ਵੇਲੇ ਇਹਦੇ ਚ ਬਣੀ ਰਹਿੰਦੀ ਹੈ। ਜਿਹੜਾ ਮਨੁੱਖ ਬੈ ਮੈਂ ਨੂੰ ਅੰਦਰੋਂ ਕੱਢ ਦਿੰਦਾ ਹੈ, ਉਹ ਮੋਮ ਵਾਂਗੂ ਕੋਮਲ ਸੁਭਾਅ ਵਰਗਾ ਹੋ ਜਾਂਦਾ ਹੈ। ਭਾਵ ਹੰਕਾਰ ਦੇ ਮੁੱਕਰਨ ਨਾਲ ਵਾਹਿਗੁਰੂ ਨਾਲ ਇੱਕਮਿਕ ਹੋ ਕੇ ਨਰਮ ਹਿਰਦੇ ਵਾਲਾ ਬਣ ਜਾਂਦਾ ਹੈ, ਕੋਮਲ ਹਿਰਦੇ ਵਾਲਾ ਬਣ ਜਾਂਦਾ ਹੈ। ਬਸ ਇਹ ਲੋਹੇ ਨੂੰ ਖਾਣਾ ਕੀ ਹੈ? ਜਗਤ ਲੋਹੇ ਦੇ ਸਮਾਨ ਕਰੜਾ ਹੈ, ਲੋਹਾ ਮਾਨੋ ਮਨਮੁਖਤਾ ਹੈ। ਲੋਹਾ ਕੀ ਹੈ? ਮਨਮੁਖਤਾ ਵਾਲਾ ਸੁਭਾਅ। ਤੇ ਜਗਤ ਜਿਹੜਾ ਹੈ ਕਰੜਾ। ਫਿਰ ਗੁਰੂ ਸ਼ਬਦ ਦੀ ਵਿਚਾਰ ਨਾਲ ਮਨਮੁਖਤਾ ਨੂੰ ਖਾਧਾ ਜਾ ਸਕਦਾ ਹੈ। ਮਨਮੁਖ ਤੋਂ ਗੁਰਮੁਖ ਬਣਨਾ ਹੋਵੇ ਤਾਂ ਗੁਰੂ ਸ਼ਬਦ ਹੀ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਲਾਈਨ ਤੇ ਲਿਆ ਸਕਦਾ, ਮੋੜ ਸਕਦਾ ਹੈ। ਸ਼ਬਦ ਦੀ ਕਮਾਈ ਨਾਲ ਸੱਚ ਦੀ ਸੋਝੀ ਹੁੰਦੀ ਹੈ, ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਹਉਮੈ ਦਾ ਅੰਦਰੋਂ ਖਤਮ ਹੋ ਜਾਵੇ, ਅੰਦਰੋਂ ਮੁੱਕ ਜਾਵੇ, ਮਨ ਪਰਮੇਸ਼ਰ ਦੇ ਧਿਆਨ ਵਿੱਚ ਜੁੜ ਜਾਵੇ, ਕਾਮ ਕ੍ਰੋਧ ਦੀਆਂ ਅਗਨੀ ਸਾਰੀ ਜਿਹੜੀ ਭਸਮ ਹੋ ਜਾਂਦੀ ਹੈ, ਸੜ ਜਾਂਦੀ ਹੈ, ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਉੱਥੇ ਸੀਤਲ ਤੇ ਠੰਡਕ ਹੁੰਦੀ ਹੈ। ਸਿਧਾਂਤ ਇਹ ਹੈ ਕਿ ਵਾਹਿਗੁਰੂ ਆਪਣੀ ਨਜ਼ਰ ਕਰਦੇ ਹਨ ਤੇ ਜੀਵ ਨੂੰ ਆਤਮਿਕ ਸੁਖ ਦੇਈ ਰੱਖਦੇ ਹਨ, ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਹੋ ਹੀ ਹੈ ਮੋਮ ਦੇ ਦੰਦਾਂ ਨਾਲ ਲੋਹਾ ਚੱਬਣਾ, ਇਹੋ ਹੀ ਹੈ ਆਪਣੇ ਆਪ ਨੂੰ ਹਿਵੇ ਘਰ ਦੇ ਵਿੱਚ ਅੱਗ ਤੋਂ ਬਚਾ ਕੇ ਰੱਖਣਾ, ਇਹੋ ਹੀ ਹੈ ਗੁਫਾ ਜਿਹੜੀ ਸ਼ਬਦ ਦੀ ਗੁਫਾ ਵਿੱਚ ਟਿਕ ਕੇ ਆਪਣਾ ਵਾਸਾ ਰੱਖਣਾ। ਸਿੱਧੋ ਘਰ ਛੱਡਣ ਨਾਲ ਗੱਲ ਨਹੀਂ ਬਣਨੀ, ਸੰਸਾਰ ਤਿਆਗਣ ਨਾਲ ਗੱਲ ਨਹੀਂ ਬਣਨੀ, ਸ਼ਬਦ ਨਾਲ ਪ੍ਰੀਤ ਪਾ ਕੇ ਆਤਮਿਕ ਜੀਵਨ ਨੂੰ ਰੰਗ ਕੇ ਹੀ ਗੱਲ ਬਣ ਸਕਦੀ ਹੈ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।